ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖਣ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਇਸ ਅਸਥਾਨ ਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਆਗਮਨ ਪੁਰਬ ਅਸੀਂ ਸਾਰੇ ਬੜੇ ਪਿਆਰ ਵਿੱਚ ਮਨਾਉਣ ਦੇ ਲਈ ਇਕੱਤਰਿਤ ਹੋਏ ਹਾਂ, ਹੋ ਰਹੇ ਹਾਂ। ਜਿੱਥੇ ਜਿੱਥੇ ਵੀ ਜਗ੍ਹਾ ਮਿਲੇ ਪਿਆਰ ਦੇ ਵਿੱਚ ਸਜਣ ਦਾ ਯਤਨ ਕਰਿਓ। ਆਓ ਅੱਜ ਦੀ ਇਸ ਪਰਿਵਾਰਕ ਮੀਟਿੰਗ ਦੀ ਆਪਾਂ ਪ੍ਰਾਰੰਭਤਾ ਕਰੀਏ। ਮੇਰੀ ਨਿਮਰਤਾ ਸਹਿਜ ਬੇਨਤੀ, ਜਿਨ੍ਹਾਂ ਨੇ ਅਜੇ ਵੀ ਰਸਨਾ ਪਵਿੱਤਰ ਨਹੀਂ ਕੀਤੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜ਼ਿੰਦਗੀ 3 ਪੇਜਾਂ ਦੀ ਕਿਤਾਬ ਹੈ। ਸੁਣਿਓ ਧਿਆਨ ਨਾਲ, ਜ਼ਿੰਦਗੀ 3 ਪੇਜਾਂ ਦੀ ਕਿਤਾਬ ਹੈ। ਪਹਿਲਾ ਤੇ ਆਖਰੀ ਪੇਜ ਰੱਬ ਨੇ ਲਿਖ ਦਿੱਤਾ ਹੈ, ਪਹਿਲਾ ਜਨਮ ਦਾ ਤੇ ਆਖਰੀ ਮੌਤ ਦਾ। ਤੇ ਜਿਹੜੇ ਵਿਚਕਾਰਲੇ ਪੇਜ ਨੇ ਨਾ, ਉਹ ਤੂੰ ਆਪ ਭਰਨੇ ਨੇ ਆਪਣੀ ਮਿਹਨਤ ਦੇ ਨਾਲ, ਗੁਰੂ ਦੇ ਉੱਤੇ ਵਿਸ਼ਵਾਸ ਦੇ ਨਾਲ, ਭਰੋਸੇ ਦੇ ਨਾਲ, ਸ਼ਰਧਾ ਦੇ ਨਾਲ, ਮੁਸਕਰਾਹਟ ਦੇ ਨਾਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਿਚਕਾਰਲੇ ਪੇਜ ਜਿਹੜੇ ਨਾ ਉਹ ਖਾਲੀ ਨੇ, ਖਾਲੀ। ਉਹ ਜਿਹੋ ਜੇ ਮਰਜ਼ੀ ਕਰਮ ਕਰਕੇ ਤੂੰ ਉਹ ਪੇਜਾਂ ਨੂੰ ਭਰ ਲੈ, ਚੰਗੇ ਕਰਮ ਕਰਕੇ ਭਰ ਲੈ, ਮੰਦੇ ਕਰਮ ਕਰਕੇ ਭਰ ਲੈ, ਉਹ ਤੇਰੇ ਹੱਥ ਵਿੱਚ ਹੈ। ਕਰਮ ਬੀਜਣ ਵਿੱਚ ਅਸੀਂ ਫੁੱਲ ਆਜ਼ਾਦ ਹਾਂ, ਆਜ਼ਾਦ। ਪਰ ਇੱਕ ਗੱਲ ਏ, ਕਰਮ ਬੀਜਣ ਵਿੱਚ ਆਜ਼ਾਦ ਹਾਂ, ਪਰ ਜਦੋਂ ਉਹ ਬੀਜੇ ਹੋਏ ਕਰਮਾਂ ਦਾ ਫਲ ਖਾਣਾ ਪੈਂਦਾ ਨਾ, ਉਹਦੇ ਵਿੱਚ ਆਜ਼ਾਦੀ ਮੁੱਕ ਜਾਂਦੀ ਹੈ। ਫਿਰ ਜੋ ਬੀਜ ਕੇ ਆਇਆ ਖਾਣਾ ਉਹੋ ਹੀ ਪੈਣਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਮੈਂ ਦੁਹਰਾ ਰਿਹਾ, ਜ਼ਿੰਦਗੀ 3 ਪੇਜਾਂ ਦੀ ਕਿਤਾਬ ਏ। ਪਹਿਲਾ ਤੇ ਆਖਰੀ ਪੇਜ ਪਰਮੇਸ਼ਰ ਸਾਈਂ ਨੇ ਲਿਖਿਆ, ਜਨਮ ਦਾ ਤੇ ਮੌਤ ਦਾ। ਪਰ ਜਿਹੜੇ ਵਿਚਲੇ ਖਾਲੀ ਪੇਜ ਨੇ ਨਾ, ਉਹ ਤੂੰ ਆਪ ਭਰਨੇ ਨੇ, ਮਿਹਨਤ ਕਰਕੇ, ਬੰਦਗੀ ਕਰਕੇ, ਅੰਮ੍ਰਿਤ ਵੇਲਾ ਸੰਭਾਲ ਕੇ, ਮੁਸਕਰਾ ਕੇ, ਗੁਰੂ ਦੇ ਉੱਤੇ ਭਰੋਸਾ ਰੱਖ ਕੇ, ਵਿਸ਼ਵਾਸ ਰੱਖ ਕੇ। ਹਾਂਜੀ, ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਅਗਲੀ ਗੱਲ ਇਹ ਵੀ ਬੜੀ ਪਿਆਰੀ ਔਰ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਨੀਵੇਂ ਰਹਿ ਕੇ ਚੱਲ ਬੰਦਿਆ, ਸਮੇਂ ਦੀ ਸੱਟ ਕਰਾਰੀ ਏ। ਹਮੇਸ਼ਾ ਨੀਵੇਂ ਰਹਿ ਕੇ ਚੱਲੋ। ਜੇ ਕੋਈ ਮਰਤਬਾ ਵੀ ਮਿਲ ਗਿਆ ਨਾ, ਕੋਈ ਅਹੁਦਾ ਵੀ ਮਿਲ ਗਿਆ, ਕੋਈ ਤੁਹਾਨੂੰ ਪ੍ਰਾਪਤੀ ਵੀ ਖੋ ਗਈ ਏ, ਭਾਵੇਂ ਜਿੰਨੀ ਮਰਜ਼ੀ ਬੁਲੰਦੀ ਤੇ ਪਹੁੰਚ ਗਏ ਹੋ, ਪਰ ਇੱਕ ਚੀਜ਼ ਦਾ ਖਿਆਲ ਰੱਖਿਓ, ਯਾਰੀ ਬੇਸ਼ੱਕ ਵੱਡੇ ਨਾਲ ਲਾਉਣੀ ਹੈ, ਪਰ ਪਿਆਰਿਓ ਰਹਿਣਾ ਨੀਵੇਂ ਬਣ ਕੇ ਹੀ ਹੈ, ਨੀਵੇਂ ਬਣ ਕੇ। ਤੇ ਜਿਹੜਾ ਬੰਦਾ ਕਿਸੇ ਗੱਲ ਦਾ ਦਮ ਮਾਰਦਾ, ਅਹੰਕਾਰ ਕਰਦਾ, ਉਹਦਾ ਵਜੂਦ ਹੀ ਰਹਿੰਦਾ ਕੋਈ ਨਹੀਂ। ਸੁਣਿਓ ਧਿਆਨ ਨਾਲ, ਨੀਵੇਂ ਰਹਿ ਕੇ ਚੱਲ ਬੰਦਿਆ, ਸਮੇਂ ਦੀ ਸੱਟ ਕਰਾਰੀ ਏ। ਆਪਣੇ ਦਮ ਤੇ ਜਿਉਣਾ ਮਾੜਾ ਨਹੀਂ, ਪਰ ਬਹੁਤੀ ਮੈਂ ਵੀ ਮਾੜੀ ਏ। ਹੁਣ ਆਪਣੇ ਬਲ ਦੇ ਉੱਤੇ ਜਿਉਣਾ ਕੋਈ ਮਾੜਾ ਨਹੀਂ। ਮੈਂ ਕੱਲ ਦੇ ਦਿਮਾਗ ਵਿੱਚ ਵੀ ਇਹ ਬੇਨਤੀ ਕੀਤੀ ਸੀ, ਸੈਲਫ ਕੌਨਫੀਡੈਂਸ ਹੋਵੇ ਬੰਦੇ ਦੇ ਅੰਦਰ, ਇਹ ਕੋਈ ਗਲਤ ਨਹੀਂ। ਆਪਣੇ ਉੱਤੇ ਭਰੋਸਾ ਕਰੇਗਾ ਤਾਂ ਹੀ ਪਰਮੇਸ਼ਰ ਦੇ ਉੱਤੇ ਬੰਦਾ ਭਰੋਸਾ ਕਰੇਗਾ ਨਾ। ਸੈਲਫ ਕੌਨਫੀਡੈਂਸ ਹੋਣਾ ਬੜਾ ਹੀ ਲਾਜ਼ਮੀ ਹੈ।
अपने दम दे उत्ते जे तू जी रहा ना कोई गलत नहीं, पर प्यारिया उस दम दा भुल के भी दम ना मारी, उस गल दा भुल के भी अहंकार ना करी। अपने दम दे उत्ते जीवना माड़ा नहीं, पर बहुती मैं भी माड़ी है। जिन्ना भी हो सके ए मैं तो, ए ईगो तो, ए अहंकार तो बच के रहो। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो न जी धन बाबा दीप सिंह जी। अगली गल ये मैं कह के फिर शब्द पढ़ना है, सुनियो ध्यान नाल। मन विच मैल रखनी ते बाहरों चंगे होण दा दिखावा करना, ये मेरी बेनती है। सिख दा जीवन दिखावे वाला नहीं होना चाहिए। जो अंदर वो बाहर, जो बाहर वो ही अंदर। अंदर हुंदी है कई बारी मैल, पर बंदा ना बाहरों बड़ा ही चंगे होण दा दिखावा करदा है। कई बारी मैं बड़ा चंगा वां। आम तौर ते एक कहावत है ना, साडे बड़े बुजुर्ग बोलदे सी, मुंह में राम राम बगल में छुरी। दिखावे लिए तू सब कुछ करने हैं, पर अंदर तेरे वो चीज है नहीं, बसी नहीं कोई, अंदर मैल भरी पई है। ते एक चीज अपने जहन विच अज बिठायो, मन विच मैल रखनी ते बाहरों चंगे होण दा विखावा करना, ये चलाकियां गुर परमेश्वर दे दर दे उत्ते कबूल नहीं जे हुंदियां। ये चलाकियां गुरु दे दर ते कबूल नहीं। सहस सियाणपा लख होए तां एक ना चले, ये चलाकियां ओदे दर दे उत्ते कबूल नहीं। इत्थे ते जो तेरे अंदर है ना ओहो ही बाहर, जो बाहर ओहो ही तेरे अंदर होवे। विखावे दी जिंदगी ओनू नहीं पाउंदी। गल्लां नाल चंगा बनदा, आचार करके तू माड़ा है, फिर गल ते ना बनी। गल्ली अस्सी चंगियां, आचारी बुरियां, मनो कसुद्दां कालियां बाहर चिट्टवियां, ये गल ना बने। कोशिश कर, जो मालक पिता जी ने तेनू रस्ता दिता है ना, उस रस्ते दे उत्ते अंदरों चल। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल आखो धन बाबा दीप सिंह जी। आप सवरो, परिवार सवारो, सारे आखो समाज आपे ही सवर जाएगा। प्यार नाल फतेह बुलाओ। वाहिगुरु जी का खालसा, वाहिगुरु जी की फतेह। अज जिहड़ा मैं शब्द पढ़ना गुरु अर्जन देव पातशाह जी का उच्चारण किया, गुरु ग्रंथ साहिब जी दे 864 नंबर अंग दे उत्ते। मैं अंक पन्ना ये नहीं कदी कहता, जिवें साडे अंग ने उसे तरह गुरु पिता जी दे अंग ने। अंग 864 नंबर अंग दे उत्ते ये शब्द दर्ज, गुर मेरी पूजा, गुर गोबिंद, गुर मेरा पार ब्रह्म, गुर भगवंत। आओ इस शब्द का गायन करना। ते ये शब्द विचों ना गुरु अंगद साहिब सच्चे पातशाह जी ने गुरु नानक नाल किहो जिहा प्यार कीता, प्यार दे दर्शन भी करने ने। क्योंकि जदों कोई गुरु पिता जी का गुरपुरब आवे ना, गुरु पिता जी का इतिहास भी सुनाओ, बच्चियां तक मैसेज पहुंचाओ, पर एक चीज कदी भुलियो ना, वो गुरपुरब आवाज की दे रहा, उस आवाज नूं सुन के उसे मुताबक मालक दे चरणां विच तरला भी पायो। आखो वाहिगुरु जी, वाहिगुरु जी। अज दा गुरपुरब आवाज पता की देंदा है, जिथे गुरु अंगद साहिब सच्चे पातशाह जी ने बेअंत बख्शिशां दित्तियां है ना, गुरमुखी भाषा है जी, होर मैं कहना बड़ियां कहण सुनन तो परे ने वो बातां जड़ियां बख्शिशां दित्तियां। इन्हां बख्शिशां विचों एक वड्डी बख्शिश होर दित्ती, पता किहड़ी? अपने मालक पिता दे नाल प्रेम किहो जिहा करना है। आखो वाहिगुरु जी, वाहिगुरु जी। पिता दे चरणां नाल प्रेम किहो जिहा करना है, अपने गुरु नूं किवें तूं ध्याउणा है, अपने मालक नाल किद्दां तूं प्रेम करना है। ये बड़ी वड्डी सिੱਖਿਆ गुरु अंगद साहिब जी ने अपने जीवन दे विच सानूं दित्ती है, ते ओहो ही सिੱਖਿਆ अज दे दीवान विच मैं तुहाडे नाल शेयर करनी है। सतगुरु सेवा लैण, पर आओ पहला इस शब्द का गायन रल मिल के करिए, कोई रसना मंझी ना रहे जी। गुर मेरी पूजा,
पूजा गुर गोबिंद गुर मेरा पार ब्रह्म गुर भगवंत। पढ़ो। गुर मेरी पूजा गुर गोबिंद गुर मेरा पार ब्रह्म गुर भगवंत। गुर मेरी पूजा सारे गुर गोबिंद गुर मेरा पार ब्रह्म गुर भगवंत। गुर मेरी पूजा गुर मेरा देओ अलख अपेओ। गुर मेरा देओ अलख अपेओ। सर्ब पूज चरण गुर सेओ। गुर मेरी पूजा गुर गोबिंद गुर मेरा पार ब्रह्म गुर भगवंत। गुर मेरी पूजा सारे बोलो गुर गोबिंद गुर मेरा पार ब्रह्म गुर भगवंत। धन गुरु रामदास जी सारे आखन जी धन बाबा गुर बिन अवर नहीं बैठा। पढ़ो। गुर बिन अवर नहीं बैठा। अन दिन जपो गुरु गुर नाओ। अन दिन जपो गुरु गुर नाओ। गुर मेरी पूजा गुर गोबिंद गुर मेरा पार ब्रह्म गुर भगवंत। गुर मेरी पूजा गुर गोबिंद गुर मेरा पार ब्रह्म गुर भगवंत। धन गुरु रामदास जी धन गुरु रामदास जी धन बाबा गुर मेरा ज्ञान गुर हृदय ध्यान। सारे मिलके बोलो गुर मेरा ज्ञान
जोर, गुरु बिना मैं नहीं हो रे, गुरु बिना मैं नहीं हो रे। गुर मेरी पूजा गुर गोविंद, गुर मेरा पार ब्रह्म, गुर भगवंत। पढ़ो गुर मेरी पूजा सारे, गुर गोविंद, गुर मेरा पार ब्रह्म, गुर भगवंत। गुरु रामदास जी, सारे आपको धन गुरु रामदास जी, ਧੰਨ ਗੁਰੂ ਰਾਮਦਾਸ ਜੀ, धन बाबा ਦੇਵ ਸਿੰਘ ਜੀ। गुर मोहित तारे पव पार, गुर मोहित तारे पव पार। गुर सेवा जमते छुटकार, अंधकार में गुर मंत्र उजारा, गुर के संग सगल निस्तारा, गुर के संग सगल निस्तारा। गुर मेरी पूजा गुर गोविंद, गुर मेरा पार ब्रह्म, गुर भगवंत। सारे कीर्तन करो। ਗੁਰ ਮੇਰੀ ਪੂਜਾ रच के ਗੁਰ गोविंद, गुर मेरा पार ब्रह्म, गुर भगवंत। धन खंडे वालिया
गोविंद गुर मेरा पार ब्रह्म गुर भगवंत जी गुर मेरा देव अलख अपे गुर मेरा देव अलख अपे सरब पूज चरण गुर से सरब पूज चरण गुर से गुर मेरी पूजा गुर गोविंद गुर मेरा पार ब्रह्म गुर भगवंत गुर मेरी पूजा गुर गोविंद गुर मेरा पार ब्रह्म गुर भगवंत जी गुर मेरा पार ब्रह्म गुर भगवंत गुर मेरा पार ब्रह्म गुर भगवंत जी गुर मेरा पार ब्रह्म गुर भगवंत गुर मेरा पार ब्रह्म गुर भगवंत सतगुर मेरा बेमोहताज सतगुर मेरे सच्चा साज सतगुर मेरा सबसे का दाता सतगुर मेरा पुरख विधाता गुर जैसा नाही को देव पढ़ो गुर जैसा नाही को जिस मस्तक पाग सो लागा सतगुर मेरा सरब प्रतिपालै सतगुर मेरा मार जीवालै सतगुर मेरे की वड्याई प्रगट पई है सबनी ठाई सतगुर मेरा ताण निताण बोलो सतगुर मेरा ताण निताण सतगुर मेरा कर दीवान सतगुर कह हाँ सद बल जाया प्रगट मार्ग जिन कर दिखलाया जिन गुर सेवया तिस पाँव न बेआपै बोलो जिन गुर सेवया तिस पाँव न बेआपै जिन गुर सेवया तिस दुख ना संतापै नानक सोते सिमरत बेद मेरे नाल बोलो नानक सोते सिमरत बेद पार ब्रह्म गुर नाही भेद गुर मेरी पूजा गुर गोविंद गुर मेरा पार ब्रह्म गुर भगवन कोट ब्रह्मंड को ठाकुर स्वामी सर्व जिया का दाता दे प्रतिपाले नित सार संभाले एक गुण नहीं मूर्ख जाता रे हर आराधना जाना रे हर हर गुर गुर करता रे ਸਾਹਿਬ ਕਹਿੰਦੇ ਆ ਮੈਂ ਤੈਨੂੰ ਦੱਸਾਂ ਤੂੰ ਗੁਰੂ ਵੱਖਰਾ ਹਰੀ ਵੱਖਰਾ ਕਹਿੰਦਾ ਮਹਾਰਾਜ ਕਹਿੰਦੇ ਨਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਆ ਹਰੀ ਵੇਖਣਾ ਹੀ ਨਾ ਰੱਬ ਵੇਖਣਾ ਹੀ ਤੈਨੂੰ ਵਿਖਾਵਾਂ ਮਹਾਰਾਜ ਕੌਣ ਹੈ ਰੱਬ हर आराधना जाना रे हर हर गुर गुर करता रे
हर जियो नाम परयो रामदास। बोलो नाम परयो रामदास सारे, नाम परयो रामदास सारे, नाम परयो रामदास, नाम परयो रामदास। धन गुरु रामदास जी, धन गुरु रामदास जी, धन गुरु रामदास जी, धन गुरु रामदास जी। समुंद विरोला शरीर खम देखिया, एक वस्त अनूप दिखाई। गुर गोविंद गोविंद गुरु है, नानक भेद न पाई। जी गुर मेरी पूजा गुर गोविंद, गुर मेरा पार ब्रह्म, गुर भगवंत, गुर मेरी पूजा गज के गुर गोविंद, गुर मेरा पार ब्रह्म, गुर भगवंत, गुर मेरी पूजा गुर गोविंद, गुर मेरी पूजा गुर गोविंद। जी गुर मेरा पार ब्रह्म, गुर भगवंत, गुर मेरा पार ब्रह्म, गुर भगवंत। सतगुर जे वडे अवर न कोए, सतगुर जे वडे अवर न कोए। गुर पार ब्रह्म परमेश्वर सोए। गुर मेरा खसम, गुर मेरा खसम, सतगुर सरणाई। नानक गुर पार ब्रह्म, जाकी कीम न पाई। जी गुर मेरी पूजा गुर गोविंद, गुर मेरा पार ब्रह्म, गुर भगवंत, गुर मेरी पूजा गुर गोविंद, गुर मेरा पार ब्रह्म, गुर भगवंत। सारे ਤੁਹਾਡੀ ਆਵਾਜ਼ ਆਵੇ ਗੱਜ ਕੇ ਵਾਹਿਗੁਰੂ 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 ਤੁਹਾਡੀ ਆਵਾਜ਼ ਹੋਰ ਗੱਜੋ ਹੋਰ ਗੱਜੋ ਵਾਹਿਗੁਰੂ 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 ਗੱਜੋ ਗੱਜੋ ਵਾਹਿਗੁਰੂ 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 ਇਹਦੇ ਤੇ ਗੁਰੂ ਜੀ ਬੜੇ ਖੁਸ਼ ਹੁੰਦੇ ਜੇ ਸਾਰੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਧੰਨ ਬਾਬਾ ਦੀਪ ਸਿੰਘ ਜੀ। ਜਿੱਥੇ ਜਿੱਥੇ ਵੀ ਜਗ੍ਹਾ ਮਿਲ ਰਹੀ, ਪਿਆਰ ਵਿੱਚ ਸਜਣ ਦਾ ਯਤਨ ਕਰਿਓ। ਅੰਦਰ ਬਹਿਣ ਦੀ ਜਗ੍ਹਾ ਨਹੀਂ, ਬਾਹਰ ਵੀ ਸੰਗਤ ਬੈਠੀ ਏ, ਭਾਵੇਂ ਗੋਡਾ ਠਾ ਕੇ ਸਿੱਖਾਂ ਨੂੰ ਬਿਠਾਈ ਚੱਲੋ। ਜਿਵੇਂ ਬਸ ਥੋੜੇ ਜਿਹੇ ਮਿੰਟ ਬਾਕੀ ਰਹਿ ਗਏ ਨੇ, 25-30 ਮਿੰਟ, ਤੇ ਮੇਰੀ ਬੇਨਤੀ ਪੂਰਾ ਲਾਹਾ ਲੈਣਾ, ਪੂਰਾ। ਇਹ ਮੌਕੇ ਵਾਰ-ਵਾਰ ਨਹੀਂ ਮਿਲਦੇ। ਬੇਸ਼ੱਕ ਸੰਗਤ ਸਾਰੀ ਪਿਆਰ ਦੇ ਵਿੱਚ ਸਜੀ ਹੋਈ ਹੈ, ਪਰ ਮੈਂ ਬੇਨਤੀ ਕਰਨੀ ਫਿਰ ਵੀ ਯੋਗ ਸਮਝਦਾ, ਇੱਕ ਵੀ ਪ੍ਰੇਮੀ ਹਿਲਜੁਲ ਨਾ ਕਰਿਓ, ਕਿਉਂਕਿ ਇਹ ਉਹੋ ਹੀ ਘੜੀਆਂ ਨੇ ਜਿਨ੍ਹਾਂ ਘੜੀਆਂ ਦਾ ਸਦਕਾ ਪਿਆਰਿਓ ਗੁਰੂ ਪਿਤਾ ਜੀ ਦੀ ਖੁਸ਼ੀ ਤੁਹਾਡੀ ਸਾਡੀ ਸਾਰਿਆਂ ਦੀ ਝੋਲੀ 'ਚ ਪੈਣੀ ਹੈ। ਇਹ ਉਹੋ ਹੀ ਘੜੀਆਂ ਨੇ। ਕਿਤੇ 150-200 ਰੁਪਈਆ ਖਰਚ ਕੇ ਅਸੀਂ ਫਿਲਮ ਦੀ ਟਿਕਟ ਲਈ ਹੋਵੇ ਨਾ, ਬੰਦਾ 10-15 ਮਿੰਟ ਪਹਿਲੇ ਹੀ ਥੀਏਟਰ ਵਿੱਚ ਪਹੁੰਚਦਾ ਹੈ ਕਿ ਇੱਕ ਵੀ ਡਾਇਲੌਗ, ਇੱਕ ਵੀ ਸੀਨ ਮੇਰਾ ਮਿਸ ਨਾ ਹੋ ਜੇ, ਤੇ ਜਦ ਤੱਕ ਪੂਰੀ ਫਿਲਮ ਖਤਮ ਨਾ ਹੋਵੇ ਉਦੋਂ ਤੱਕ ਉੱਠਦਾ ਨਹੀਂ। ਕਿਉਂ ਨਹੀਂ ਉੱਠਦਾ? ਪਤਾ ਹੈ ਇੱਥੇ ਪੈਸਾ ਖਰਚ ਕੀਤਾ ਹੈ ਜੀ। ਤੇ ਕਈ ਵਾਰੀ ਸੰਗਤ ਵਿੱਚ ਐਵੇਂ ਅਸੀਂ ਬਿਨਾਂ ਵਜ੍ਹਾ ਤੋਂ ਹਿਲਜੁਲ ਕਰੀ ਜਾਂਦੇ ਆ। ਕਿਉਂ ਕਰਦੇ ਆ? ਕਿਉਂਕਿ ਇਸ ਸਮੇਂ ਦੀ ਸਾਨੂੰ ਕਦਰ ਨਹੀਂ। ਇਹ ਮੇਰੀ ਬੇਨਤੀ, ਇਹ ਉਹੋ ਹੀ ਸਮਾਂ, ਇਹ ਉਹੋ ਹੀ ਘੜੀਆਂ ਨੇ ਜਿਨ੍ਹਾਂ ਘੜੀਆਂ ਦਾ ਸਦਕਾ ਇਸ ਲੋਕ ਵਿੱਚ ਤੇ ਸੁੱਖ ਮਿਲਣੇ ਹੀ ਮਿਲਣੇ ਨੇ, ਪਰ ਲੋਕ ਵਿੱਚ ਵੀ ਗੁਰੂ ਰਾਮਦਾਸ ਨੇ ਤੁਹਾਡੀ ਬਾਹ ਨੂੰ ਫੜਨਾ ਹੈ। ਇਹ ਉਹੋ ਹੀ ਘੜੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ। ਤੋ ਅੱਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਨ ਹੈ। ਪਿਤਾ ਜੀ ਦੇ ਬੜੇ ਪਿਆਰੇ ਵੱਡੇ ਜੀਵਨ ਦੇ ਵਿੱਚੋਂ ਅੱਜ ਇੱਕ ਚੀਜ਼ ਲੈ ਕੇ ਜਾਇਓ। ਬਾਪੂ ਜੀ ਦੇ ਕੋਲੋਂ ਭਿਖਾਰੀ ਬਣ ਕੇ ਮੰਗਿਓ ਇਹ ਦਾਤ। ਬੱਚੇ ਨੇ ਤੇ ਬਾਪੂ ਕੋਲੋਂ ਹੀ ਮੰਗਣਾ ਹੈ ਨਾ ਜੀ। ਦੁਨਿਆਵੀ ਚੀਜ਼ਾਂ ਦੀ ਲੋੜ ਹੋਵੇ ਤਾਂ ਵੀ ਮੰਗ ਸਕਦੇ ਆ, ਪਰ ਇੱਕ ਮੇਰੀ ਬੇਨਤੀ, ਸਾਰੀ ਜ਼ਿੰਦਗੀ ਦੁਨਿਆਵੀ ਚੀਜ਼ਾਂ ਮੰਗਦਿਆਂ ਹੀ ਨਾ ਨਿਕਲ ਜਾਵੇ। ਇੱਕ ਵੇਲਾ ਇਹੋ ਜਿਹਾ ਵੀ ਜ਼ਰੂਰ ਆਵੇ ਲਾਈਫ ਦੇ ਵਿੱਚ, ਦਾਤਿਆ ਹੁਣ ਮੈਨੂੰ ਦੁਨਿਆਵੀ ਚੀਜ਼ਾਂ ਨਹੀਂ ਚਾਹੀਦੀਆਂ, ਹੁਣ ਤੇ ਮੈਨੂੰ ਤੂੰ ਆਪ ਚਾਹੀਦਾ ਹੈ। ਹੁਣ ਤੇ ਮੈਨੂੰ ਤੁਸੀਂ ਆਪ ਚਾਹੀਦੇ ਜੇ, ਤੁਸੀਂ ਮੈਨੂੰ ਹੋਰ ਕੁਝ ਨਹੀਂ। ਤੇ ਤੁਸੀਂ ਸਿਆਣੇ ਹੋ, ਜਿੱਥੇ ਗੁਰੂ ਜੀ ਆ ਗਏ ਉੱਥੇ ਕਿਸੇ ਚੀਜ਼ ਦਾ ਘਾਟਾ ਥੋੜੀ ਹੈ। ਸੁਣਿਓ ਜਿਹੜੀ ਮੈਂ ਬੇਨਤੀ ਕਰਨ ਲੱਗਾ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਜੀਵਨ ਦੇ ਵਿੱਚੋਂ ਵੱਡੀ ਦਾਤ ਲੈ ਕੇ ਜਾਇਓ। ਪਤਾ ਕਿਹੜੀ ਦਾਤ? ਗੁਰੂ ਦੇ ਉੱਤੇ ਭਰੋਸੇ ਦੀ ਦਾਤ, ਗੁਰੂ ਦੇ ਬਚਨਾਂ ਨੂੰ ਕਮਾਉਣ ਦੀ ਦਾਤ, ਗੁਰੂ ਦੇ ਨਾਲ ਪ੍ਰੇਮ ਕਰਨ ਦੀ ਦਾਤ, ਗੁਰੂ ਨੂੰ ਰੱਬ ਸਮਝ ਕੇ ਪੂਜਣ ਦੀ ਦਾਤ, ਵੱਡੀ ਦਾਤ। ਇੱਕ ਦਿਨ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤੇ ਬੇਨਤੀ ਪਤਾ ਕੀ ਕਰਦੇ ਆ? ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਮੇਰੇ ਮਨ ਵਿੱਚ ਇੱਕ ਸਵਾਲ ਹੈ। ਭਾਈ ਬਾਲਾ ਜੀ ਕਹਿ ਰਹੇ, ਸਤਿਗੁਰੂ ਕਹਿੰਦੇ ਹਾਂ ਪੁੱਛੋ ਬਾਲਾ ਜੀ। ਭਾਈ ਬਾਲਾ ਜੀ ਦਾ ਗੁਰੂ ਅੰਗਦ ਸਾਹਿਬ ਬੜਾ ਹੀ ਸਤਿਕਾਰ ਕਰਦੇ ਸੀ, ਕਿਉਂਕਿ ਭਾਈ ਬਾਲਾ ਜੀ ਨੇ
40 ਸਾਲ ਗੁਰੂ ਨਾਨਕ ਜੀ ਨੂੰ ਚੌਰ ਕਰਨ ਦੀ ਸੇਵਾ ਨਿਭਾਈ ਹੈ। 40 ਸਾਲ ਕੋਈ ਛੋਟਾ ਸਮਾਂ ਨਹੀਂ। ਤੇ ਕਈ ਵਾਰੀ ਗੁਰੂ ਨਾਨਕ ਜੀ ਦੇ ਕੌਤਕ ਭਾਈ ਬਾਲਾ ਜੀ ਕੋਲੋਂ ਸੁਣਦੇ ਸੀ ਗੁਰੂ ਅੰਗਦ ਸਾਹਿਬ। ਤੇ ਕੌਤਕ ਸੁਣਦਿਆਂ ਕਈ ਵਾਰੀ ਬੜਾ ਹੀ ਬੈਰਾਗ ਕਰਨਾ, ਬੜੇ ਰਸ ਵਿੱਚ ਚਲੇ ਜਾਣਾ। ਤੇ ਅੱਜ ਨਾ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਂ ਇੱਕ ਬੇਨਤੀ ਕਰਨੀ, ਮੇਰੇ ਮਨ 'ਚ ਇੱਕ ਸਵਾਲ ਹੈ। ਤੇ ਗੁਰੂ ਅੰਗਦ ਸਾਹਿਬ ਕਹਿੰਦੇ ਹਾਂ ਪੁੱਛੋ ਭਾਈ ਬਾਲਾ ਜੀ ਕੀ ਕਹਿਣਾ ਚਾਹੁੰਦੇ ਹੋ। ਕਹਿੰਦੇ ਮੈਂ 40 ਸਾਲ ਗੁਰੂ ਨਾਨਕ ਸਾਹਿਬ ਜੀ ਦੀ ਚੌਰ ਸਾਹਿਬ ਕਰਨ ਦੀ ਸੇਵਾ ਨਿਭਾਈ। 40 ਸਾਲ ਕੋਈ ਛੋਟਾ ਸਮਾਂ ਨਹੀਂ ਹੁੰਦਾ। ਪਰ ਸਤਿਗੁਰੂ ਤੁਸੀਂ ਥੋੜਾ ਜਿਹਾ ਸਮਾਂ ਹੀ ਗੁਰੂ ਨਾਨਕ ਦੀ ਸੰਗਤ ਕੀਤੀ, ਤਕਰੀਬਨ 7-8 ਸਾਲ। ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ, 7-8 ਸਾਲਾਂ ਦੇ ਵਿੱਚ ਜਿਹੜੀਆਂ ਬਖਸ਼ਿਸ਼ਾਂ ਤੁਸੀਂ ਗੁਰੂ ਨਾਨਕ ਕੋਲੋਂ ਲੈ ਲਈਆਂ, ਗੁਰੂ ਨਾਨਕ ਜੀ ਨੇ ਤੁਹਾਨੂੰ ਆਪਣਾ ਰੂਪ ਬਣਾਤਾ, ਇੱਕ ਛੋਟੀ ਗੱਲ ਥੋੜੀ ਹੈ। ਮਹਾਰਾਜ ਜਿਹੜੀਆਂ ਬਖਸ਼ਿਸ਼ਾਂ ਇੰਨੇ ਥੋੜੇ ਸਮੇਂ ਵਿੱਚ ਤੁਸੀਂ ਗੁਰੂ ਨਾਨਕ ਜੀ ਦੇ ਕੋਲੋਂ ਲੈ ਲਈਆਂ, ਉਹ ਮੈਂ ਨਹੀਂ ਲੈ ਸਕਿਆ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਮਹਾਰਾਜ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ, ਜੋ ਤੁਸੀਂ ਬਖਸ਼ਿਸ਼ਾਂ ਲਈਆਂ ਮੈਂ ਨਹੀਂ ਲੈ ਸਕਿਆ 40 ਸਾਲਾਂ ਵਿੱਚ, ਤੁਸੀਂ 7-8 ਸਾਲਾਂ ਵਿੱਚ ਲੈ ਲਈਆਂ। ਤੇ ਉਸ ਵੇਲੇ ਨਾ ਗੁਰੂ ਅੰਗਦ ਸਾਹਿਬ ਜਿਨ੍ਹਾਂ ਦਾ ਅੱਜ ਆਗਮਨ ਪੁਰਬ ਹੈ, ਕਹਿਣ ਲੱਗੇ ਬਾਲਾ ਜੀ ਇੱਕ ਗੱਲ ਤਾਂ ਦੱਸੋ, ਤੁਸੀਂ 40 ਸਾਲ ਗੁਰੂ ਨਾਨਕ ਜੀ ਦੀ ਸੇਵਾ ਕੀਤੀ, ਗੁਰੂ ਨਾਨਕ ਨੂੰ ਸਮਝਿਆ ਕੀ, ਕਿਹੜੀ ਭਾਵਨਾ ਰੱਖ ਕੇ ਗੁਰੂ ਨਾਨਕ ਜੀ ਦੀ ਸੇਵਾ ਕੀਤੀ। ਤੇ ਉਸ ਵੇਲੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਮੈਂ ਗੁਰੂ ਨਾਨਕ ਨੂੰ ਪੂਰਨ ਸੰਤ ਸਮਝਿਆ, ਪੂਰਨ ਬ੍ਰਹਮ ਗਿਆਨੀ ਸਮਝਿਆ, ਮੈਂ ਮਹਾਂਪੁਰਸ਼ ਸਮਝ ਕੇ ਗੁਰੂ ਨਾਨਕ ਦੀ ਸੇਵਾ ਕੀਤੀ। ਤੇ ਉਸ ਵੇਲੇ ਗੁਰੂ ਅੰਗਦ ਸਾਹਿਬ ਮੁਸਕਰਾਏ, ਕਹਿਣ ਲੱਗੇ ਬਾਲਾ ਜੀ ਗੁਰੂ ਸ਼ੀਸ਼ਾ ਰੂਪ ਹੈ, ਸ਼ੀਸ਼ਾ ਰੂਪ। ਜਿਹੋ ਜੀ ਭਾਵਨਾ ਕਰਕੇ ਕੋਈ ਗੁਰੂ ਜੀ ਨੂੰ ਆਰਾਧਦਾ ਹੈ ਨਾ, ਉਹੋ ਜਿਹਾ ਹੀ ਫਲ ਉਹਦੀ ਝੋਲੀ 'ਚ ਪੈ ਜਾਂਦਾ ਹੈ। ਤੁਸੀਂ ਗੁਰੂ ਨਾਨਕ ਨੂੰ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਸਮਝ ਕੇ ਸੇਵਾ ਕੀਤੀ। ਜਿਹੋ ਜਿਹਾ ਗੁਰੂ ਨੂੰ ਤੁਸੀਂ ਸਮਝਿਆ, ਗੁਰੂ ਜੀ ਨੇ ਉਹੋ ਜੀ ਕਿਰਪਾ ਤੁਹਾਡੇ ਤੇ ਕਰਤੀ। ਤੁਸੀਂ ਗੁਰੂ ਨਾਨਕ ਨੂੰ ਪੂਰਨ ਸੰਤ ਸਮਝਿਆ, ਗੁਰੂ ਨਾਨਕ ਨੇ ਤੁਹਾਨੂੰ ਪੂਰਨ ਸੰਤ ਬਣਾ ਦਿੱਤਾ ਜੀ। ਤੇ ਭਾਈ ਬਾਲਾ ਜੀ ਨਿਮਰਤਾ ਵਿੱਚ ਪਤਾ ਕਹਿੰਦੇ, ਕਹਿਣ ਲੱਗੇ ਮਹਾਰਾਜ ਇੱਕ ਗੱਲ ਤਾਂ ਦੱਸੋ, ਤੁਸੀਂ ਗੁਰੂ ਨਾਨਕ ਜੀ ਨੂੰ ਕਿਹੜੀ ਭਾਵਨਾ ਕਰਕੇ ਆਰਾਧਿਆ। ਤੇ ਉਸ ਸਮੇਂ ਨਾ ਗੁਰੂ ਅੰਗਦ ਸਾਹਿਬ ਕਹਿੰਦੇ ਮੈਂ ਗੁਰੂ ਨਾਨਕ ਨੂੰ ਪਾਰ ਬ੍ਰਹਮ ਪਰਮੇਸ਼ਰ ਕਰਕੇ ਆਰਾਧਿਆ। ਜੀ ਮੈਂ ਗੁਰੂ ਨਾਨਕ ਨੂੰ ਪਾਰ ਬ੍ਰਹਮ ਪਰਮੇਸ਼ਰ ਕਰਕੇ ਆਰਾਧਿਆ। ਮੈਂ ਆਪਣੇ ਅੰਦਰ ਇਹ ਭਾਵਨਾ ਰੱਖੀ ਕਿ ਗੁਰੂ ਨਾਨਕ ਤੋਂ ਪਰੇ ਦੂਜਾ ਰੱਬ ਹੈ ਹੀ ਕੋਈ ਨਹੀਂ। ਤੇ ਉਸ ਵੇਲੇ ਭਾਈ ਬਾਲਾ ਜੀ ਨਾ ਨਿਮਰਤਾ ਵਿੱਚ ਪਤਾ ਕੀ ਕਹਿੰਦੇ, ਕਹਿੰਦੇ ਮਹਾਰਾਜ ਮੈਨੂੰ ਮੇਰੇ ਸਵਾਲ ਦਾ ਜਵਾਬ ਆਪੇ ਹੀ ਮਿਲ ਗਿਆ। ਮੈਂ ਗੁਰੂ ਨਾਨਕ ਨੂੰ ਪੂਰਨ ਸੰਤ ਸਮਝ ਕੇ ਆਰਾਧਿਆ, ਗੁਰੂ ਨਾਨਕ ਨੇ ਮੈਨੂੰ ਪੂਰਨ ਸੰਤ ਬਣਾ ਦਿੱਤਾ। ਤੁਸੀਂ ਗੁਰੂ ਨਾਨਕ ਨੂੰ ਪਾਰ ਬ੍ਰਹਮ ਪਰਮੇਸ਼ਰ ਕਰਕੇ ਆਰਾਧਿਆ, ਗੁਰੂ ਨਾਨਕ ਨੇ ਤੁਹਾਨੂੰ ਪਾਰ ਬ੍ਰਹਮ ਪਰਮੇਸ਼ਰ ਹੀ ਬਣਾ ਦਿੱਤਾ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਦੇਖੋ ਜਿਹੋ ਜੀ ਭਾਵਨਾ ਕਰਕੇ ਆਰਾਧਾਂਗੇ ਨਾ, ਫਲ ਉਹੋ ਜਿਹਾ ਮਿਲਣਾ, ਉਹੋ ਜਿਹਾ। ਗੁਰੂ ਨਾਨਕ ਤੇ ਇੱਕੋ ਹੀ ਹੈ, ਪਰ ਵੇਖਣ ਵਾਲੀ ਅੱਖ ਸਭ ਦੀ ਵੱਖੋ ਵੱਖਰੀ ਹੈ, ਵੱਖੋ ਵੱਖਰੀ। ਮਾਤਾ ਤ੍ਰਿਪਤਾ ਜੀ ਕਹਿੰਦੇ ਗੁਰੂ ਨਾਨਕ ਪੁੱਤਰ ਹੈ ਮੇਰਾ। ਪਿਤਾ ਕਾਲੂ ਜੀ ਥੋੜਾ ਥੱਲੇ ਚਲੀ ਗਈ ਭਾਵਨਾ, ਕਹਿੰਦੇ ਪੁੱਤਰ ਨਹੀਂ ਹੈ ਤੇ ਕਪੁੱਤਰ 20 ਵੀ ਦਿੱਤੇ, ਵਪਾਰ ਕਰਨ ਵਾਸਤੇ ਤੇ ਲੰਗਰ ਲਾ ਕੇ ਆ ਗਿਆ, ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਕੇ ਆ ਗਿਆ। ਤੇ ਬੇਬੇ ਨਾਨਕੀ ਇਹ ਨਹੀਂ ਕਹਿੰਦੇ ਗੁਰੂ ਨਾਨਕ ਵੀਰ ਹੈ ਮੇਰਾ, ਜਿੱਥੇ ਕਹਿੰਦੇ ਗੁਰੂ ਨਾਨਕ ਵੀਰ ਹੈ ਮੇਰਾ, ਕਹਿੰਦੇ ਇਹ ਤੇ ਕੋਈ ਅੱਲਾਹ ਦਾ ਨੂਰ ਹੈ, ਇਹ ਰੱਬੀ ਅਵਤਾਰ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਰਾਏ ਬੁਲਾਰ ਦੀ ਭਾਵਨਾ ਕੱਲੀ ਇਹ ਨਹੀਂ ਕਿ ਮੇਰੇ ਇਲਾਕੇ ਵਿੱਚ ਰਹਿਣ ਵਾਲੇ ਗੁਰੂ ਨਾਨਕ ਇੱਕ ਇਨਸਾਨ ਨੇ, ਕਹਿੰਦਾ ਨਹੀਂ ਇਹ ਅੱਲਾਹ ਦਾ ਨੂਰ ਨੇ, ਅੱਲਾਹ ਦਾ ਰੂਪ ਨੇ। ਤੁਸੀਂ ਸਿਆਣੇ ਹੋ, ਉਹ ਲੋਕਾਂ ਦੀ ਭਾਵਨਾ ਕੀ ਕਹਿੰਦੀ ਹੋਏਗੀ ਜਿਨ੍ਹਾਂ ਨੇ ਗੁਰੂ ਨਾਨਕ ਜੀ ਨੂੰ ਵੀ ਪੱਥਰ ਮਾਰੇ ਸੀ, ਉਹਨਾਂ ਦੀ ਭਾਵਨਾ ਕੀ ਕਹਿੰਦੀ ਹੋਏਗੀ।
ਤੇ ਧੰਨ ਭਾਈ ਲਹਿਣਾ ਜੀ ਵਰਗੇ ਵੀ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਰੱਬ ਸਮਝ ਕੇ ਅਰਾਧਿਆ ਤੇ ਇੱਥੋਂ ਤੱਕ ਕਹਿ ਦਿੱਤਾ, ਬਾਬਾ ਕਿਸੇ ਦਾ ਕੋਈ ਖੋਏਗਾ, ਕਿਸੇ ਦਾ ਕੋਈ ਖੋਏਗਾ, ਪਰ ਗੁਰੂ ਅੰਗਦ ਸਾਹਿਬ ਕਹਿੰਦੇ, ਗੁਰੂ ਨਾਨਕ ਕਿਸੇ ਦਾ ਕੋਈ, ਕਿਸੇ ਦਾ ਕੋਈ, ਪਰ ਮੇਰਾ ਤੇ ਤੇਰੇ ਬਿਨਾ ਦੂਜਾ ਹੈ ਹੀ ਕੋਈ ਨਹੀਂ। ਮੇਰਾ ਤੇ ਤੇਰੇ ਬਿਨਾ ਦੂਜਾ ਹੈ ਹੀ ਕੋਈ ਨਹੀਂ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਮੇਰਾ ਤੇਰੇ ਬਿਨਾ ਹੈ ਹੀ ਕੋਈ ਨਹੀਂ। ਅੱਜ ਗੁਰੂ ਅੰਗਦ ਸਾਹਿਬ ਦਾ ਮਨਾ ਰਹੇ ਆ ਨਾ ਆਗਮਨ ਦਿਨ, ਕਦੀ ਕਿਹਾ ਗੁਰੂ ਨਾਨਕ ਨੂੰ ਦੱਸੋ, ਕਦੀ ਕਿਹਾ ਗੁਰੂ ਰਾਮਦਾਸ ਨੂੰ ਕਿ ਬਾਬਾ ਮੇਰਾ ਤੇ ਤੇਰੇ ਬਿਨਾ ਹੈ ਹੀ ਕੋਈ ਨਹੀਂ। ਮੈਂ ਸੱਚ ਕਹਿ ਰਿਹਾ, ਜਦੋਂ ਸਾਰੀਆਂ ਢੇਰੀਆਂ ਅੰਦਰੋਂ ਢਾਹ ਕੇ ਕਵਾਂਗੇ ਨਾ ਬਾਬਾ ਮੇਰਾ ਤੇਰੇ ਬਿਨਾ ਦੂਜਾ ਹੈ ਹੀ ਕੋਈ ਨਹੀਂ, ਫਿਰ ਉਹ ਇਹੋ ਜੀ ਤੁਹਾਨੂੰ ਸਪੋਰਟ ਦੇਵੇਗਾ, ਭਾਵੇਂ ਲੱਖਾਂ ਆ ਜਾਣ ਤੁਹਾਡੀ ਪਿੱਠ ਲਾਉਣ ਵਾਲੇ, ਕੋਈ ਦੁਨੀਆ ਦੀ ਤਾਕਤ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕੇਗੀ। ਜੀ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸ਼ਰਧਾ ਦੇ ਗੁਰੂ ਅੰਗਦ ਸਾਹਿਬ ਨੇ ਇਹੋ ਜਿਹੇ ਪੂਰਨੇ ਪਾਏ, ਇਹੋ ਜਿਹੇ ਪੂਰਨੇ ਪਾਏ ਜਿਹੜੇ ਸਾਡੇ ਲਈ ਸੱਚੀ ਸਿੱਖੀ ਦੀ ਮਿਸਾਲ ਬਣ ਗਏ। ਇਹੋ ਜਿਹੇ ਪੂਰਨੇ ਪਾਏ ਗੁਰੂ ਅੰਗਦ ਸਾਹਿਬ ਨੇ। ਤੁਹਾਨੂੰ ਸਭ ਨੂੰ ਪਤਾ ਹੈ, ਪਹਿਲੇ ਦੇਵੀ ਦੀ ਯਾਤਰਾ ਜਾਂਦੇ ਸੀ ਮਹਾਰਾਜ, ਪਰ ਜਦੋਂ ਗੁਰੂ ਨਾਨਕ ਮਿਲਿਆ ਫਿਰ ਇਹੋ ਜਿਹਾ ਮਨ ਵੇਚ ਦਿੱਤਾ, ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਦਿੱਤਾ, ਸਾਨੂੰ ਜਾਚ ਸਿਖਾ ਦਿੱਤੀ ਕਿ ਸ਼ਰਧਾ ਜੇ ਰੱਖਣੀ ਹੈ ਨਾ ਆਪਣੇ ਗੁਰੂ ਦੇ ਉੱਤੇ ਤੇ ਇਹੋ ਜੀ ਰੱਖਿਓ। ਮੈਂ ਹੈਰਾਨ ਹੁੰਦਾ, ਹੈਰਾਨ ਅੱਜ ਕੱਲ ਅਸੀਂ ਕਈ ਕਿੰਤੂ ਪਰੰਤੂ ਚ ਪੈਨੇ ਆ ਕਿ ਆਹ ਚੀਜ਼ ਇਦਾਂ ਕਿਉਂ, ਆਹ ਚੀਜ਼ ਇਦਾਂ ਕਿਉਂ, ਇਦਾਂ ਨਹੀਂ ਹੋਣਾ ਚਾਹੀਦਾ। ਮਾਫੀ ਦੇਣਾ, ਗੁਰੂ ਘਰ 'ਚ ਆ ਕੇ ਵੀ ਅਸੀਂ ਕਈ ਕਿੰਤੂ ਪਰੰਤੂ ਕਰਦੇ ਆ, ਬਾਣੀ ਦੇ ਉੱਤੇ ਵੀ ਕਿੰਤੂ ਪਰੰਤੂ ਕਰਦੇ ਆ, ਬਾਣੀ ਦੇ ਉੱਤੇ ਵੀ ਕਈ ਵਾਰੀ ਗੁਰ ਇਤਿਹਾਸ ਤੇ ਵੀ ਕਿੰਤੂ ਪਰੰਤੂ ਕਰਦੇ ਆ, ਕਈ ਵਾਰੀ ਸ਼ਹੀਦ ਸਿੰਘਾਂ ਦੇ ਜੀਵਨ ਤੇ ਵੀ ਕਿੰਤੂ ਕਰਨ ਲੱਗ ਪੈਂਦੇ ਆ। ਇਹਨਾਂ ਮਤ ਤੇ ਪਰਦਾ ਪੈ ਗਿਆ ਇਹਨਾਂ। ਪਰ ਮੇਰੀ ਬੇਨਤੀ, ਜਦੋਂ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਜੀ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਸੀ, ਬੜੀ ਅਕਲ ਵਾਲੇ ਸੀ, ਬੜੀ ਅਕਲ ਵਾਲੇ, ਬੜਾ ਤੇਜ਼ ਦਿਮਾਗ ਸੀ ਉਹਨਾਂ ਦਾ। ਪਰ ਕਿੱਡੀ ਹੈਰਾਨਗੀ ਦੀ ਗੱਲ, ਆਪਣਾ ਦਿਮਾਗ ਗੁਰੂ ਨਾਨਕ ਦੇ ਅੱਗੇ ਰੱਖਿਆ ਹੀ ਕੋਈ ਨਹੀਂ, ਕਿੰਤੂ ਪਰੰਤੂ ਕੀਤਾ ਹੀ ਕੋਈ ਨਹੀਂ। ਜੇ ਇੰਨੀ ਗੱਲ ਕਹੀ ਨਾ ਗੁਰੂ ਨਾਨਕ ਨੇ, ਲੈਣਿਆ ਦਰਖਤ ਝਾੜ ਮਠਿਆਈਆਂ ਡਿੱਗਣਗੀਆਂ, ਕਈ ਅੱਜ ਸਵਾਲ ਕਰਦੇ ਨੇ ਇਦਾਂ ਕਿਵੇਂ ਹੋ ਸਕਦਾ ਹੈ। ਨਹੀਂ ਭੋਲਿਓ, ਇਦਾਂ ਕਦੀ ਕਿੰਤੂ ਪਰੰਤੂ ਨਾ ਕਰੋ। ਉਦੋਂ ਵੀ ਕਈ ਆਏ, ਉਹ ਲੈਣਿਆ ਦਰਖਤ ਤੋਂ ਮਠਿਆਈਆਂ ਕਿਵੇਂ ਡਿੱਗਣਗੀਆਂ, ਤੇ ਉਸ ਵੇਲੇ ਭਾਈ ਲਹਿਣਾ ਜੀ ਦੇ ਨੈਣ ਕਟੋਰੇ ਭਰ ਆਏ ਤੇ ਪਤਾ ਕੀ ਕਹਿੰਦੇ, ਮਠਿਆਈਆਂ ਡੇਗਣੀਆਂ ਨਾ ਡੇਗਣੀਆਂ ਗੁਰੂ ਨਾਨਕ ਦਾ ਕੰਮ, ਮੈਂ ਤੇ ਹੁਕਮ ਮੰਨ ਕੇ ਦਰਖਤ ਨੂੰ ਹਿਲਾਉਣਾ ਹੈ, ਮੈਂ ਤੇ ਬਚਨ ਮੰਨਣਾ ਹੈ, ਡਿੱਗਣ ਨਾ ਡਿੱਗਣ ਇਹ ਗੁਰੂ ਨਾਨਕ ਜਾਣੇ, ਪਰ ਮੈਂ ਤੇ ਗੁਰੂ ਦਾ ਬਚਨ ਕਮਾਉਣਾ, ਬਚਨ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਦਿਨ ਨਾ ਮਾਤਾ ਸੁਲੱਖਣੀ ਜੀ ਗੁਰੂ ਨਾਨਕ ਜੀ ਦੇ ਮਹਿਲ, ਸਾਡੀ ਮਾਂ ਹੈ, ਉਹ ਪਤਾ ਕੀ ਕਹਿੰਦੇ, ਕਹਿਣ ਲੱਗੇ ਤੁਸੀਂ ਗੁਰਗੱਦੀ ਦੀ ਬਖਸ਼ਿਸ਼ ਦੋਵਾਂ ਪੁੱਤਰਾਂ ਚੋਂ ਕਿਹਨੂੰ ਕਰਨੀ ਹੈ। ਹੁਣ ਪਤੀ ਪਤਨੀ ਆਪਸ 'ਚ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਸਵਾਲ ਜਵਾਬ ਹੁੰਦੇ ਨੇ। ਹੁਣ ਸਾਡੀ ਮਾਂ ਪਤਾ ਕੀ ਕਹਿੰਦੇ, ਕਹਿਣ ਲੱਗੇ ਜੀ ਤੁਸੀਂ ਦੋਵਾਂ ਪੁੱਤਰਾਂ ਚੋਂ ਕਿਹਨੂੰ ਬਖਸ਼ਿਸ਼ ਦੇਣੀ ਹੈ ਗੱਦੀ ਦੀ। ਤੇ ਉਸ ਵੇਲੇ ਗੁਰੂ ਨਾਨਕ ਨੇ ਇੱਕ ਕੌਤਕ ਵਰਤਾ ਕੇ ਮਾਤਾ ਸੁਲੱਖਣੀ ਜੀ ਨੂੰ ਜਵਾਬ ਦਿੱਤਾ ਸੀ। ਪਤਾ ਕੀ ਕੌਤਕ ਵਰਤਾਇਆ, ਸੁਣਿਓ ਧਿਆਨ ਨਾਲ। ਮਹਾਰਾਜ ਬੈਠੇ, ਇੱਕ ਸਿੱਖ ਆਇਆ, ਉਹਨੇ ਮਨਸੂਰੀ ਟਕਾ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ। ਬਸ ਆਹ ਪਿਆਰ ਅੱਜ ਲੈ ਕੇ ਜਾਣਾ ਆਪਾਂ, ਤਾਂ ਗੁਰੂ ਅੰਗਦ ਸਾਹਿਬ ਦਾ ਆਗਮਨ ਦਿਨ ਮਨਾ ਰਹੇ ਹਾਂ। ਰੌਲਾ ਪਾਉਣ ਨਾਲ, ਗੱਲਾਂ ਬਾਤਾਂ ਦੇ ਨਾਲ ਆਗਮਨ ਪੁਰਬ ਮਨਾਇਆ। ਤੇ ਕੀ ਮਨਾਇਆ, ਮਨਾਉਣਾ ਤੇ ਪ੍ਰੈਕਟੀਕਲ ਕਰਕੇ ਮਨਾਓ, ਆਨੰਦ ਤੇ ਤਾਂ ਆਏਗਾ। ਥਿਊਰੀਆਂ ਬੜੀਆਂ ਹੋ ਗਈਆਂ, ਹੁਣ ਤੇ ਲੋੜ ਪ੍ਰੈਕਟੀਕਲ ਦੀ ਹੈ, ਪ੍ਰੈਕਟੀਕਲ ਦੀ। ਜੋ ਮਾਲਕ ਜੀ ਕਹਿ ਰਹੇ ਨੇ ਉਹਨੂੰ ਮੰਨਣ ਦੀ ਲੋੜ ਹੈ। ਹੁਣ ਇੱਕ ਸਿੱਖ ਆਇਆ, ਉਹਨੇ ਮਨਸੂਰੀ ਟਕਾ ਮੱਥਾ ਟੇਕਿਆ।
ਮਹਾਰਾਜ ਨੇ ਕੌਤਕ ਵਰਤਾਇਆ। ਉਹ ਮਨਸੂਰੀ ਟਕਾ ਨਾ ਫੜਿਆ ਤੇ ਆਪਣੀ ਮੁੱਠੀ ਵਿੱਚ ਬੰਦ ਕਰ ਲਿਆ ਤੇ ਪੁੱਛਦੇ ਨੇ ਬਾਬਾ ਸ਼੍ਰੀ ਚੰਦ ਜੀ ਨੂੰ, ਬਈ ਸਾਡੀ ਮੁੱਠੀ ਵਿੱਚ ਕੀ ਹੈ? ਕਹਿੰਦੇ ਗੁਰੂ ਪਿਤਾ, ਹੁਣੇ ਹੀ ਸਿੱਖ ਨੇ ਮਨਸੂਰੀ ਟਕਾ ਮੱਥਾ ਟੇਕਿਆ, ਤੁਸੀਂ ਚੱਕਿਆ ਮੁੱਠੀ ਵਿੱਚ ਪਾ ਲਿਆ, ਟਕਾ ਹੀ ਹੈ, ਹੋਰ ਕੀ? ਬਾਬਾ ਲਖਮੀ ਦਾਸ ਜੀ ਨੂੰ ਪੁੱਛਿਆ, ਉਹਨਾਂ ਵੀ ਆਹੀ ਜਵਾਬ। ਮਾਤਾ ਸੁਲੱਖਣੀ ਜੀ ਨੇ ਵੀ ਆਹੀ ਜਵਾਬ। ਕਈ ਹੋਰ ਬੈਠੇ, ਉਹਨਾਂ ਨੇ ਵੀ ਆਹੀ ਜਵਾਬ। ਵਾਰੀ ਆਈ ਭਾਈ ਲਹਿਣਾ ਜੀ ਦੀ। ਲੈਣੇ ਜਰਾ ਦੱਸ ਤਾਂ ਸਹੀ ਸਾਡੀ ਮੁੱਠੀ ਦੇ ਵਿੱਚ ਕੀ ਏ? ਤੇ ਉਸ ਵੇਲੇ ਭਾਈ ਲਹਿਣਾ ਜੀ ਦੀਆਂ ਅੱਖਾਂ ਸੇਜਲ ਹੋ ਗਈਆਂ ਤੇ ਮੁਖੋਂ ਬਚਨ ਪਤਾ ਕੀ ਕੀਤਾ? ਗੁਰੂ ਨਾਨਕ ਪਿਤਾ, ਹੱਥ ਹੋਵੇ ਤੁਹਾਡਾ ਤੇ ਦੱਸਣ ਵਾਲਾ ਮੈਂ ਕੌਣ ਆ? ਕਿ ਤੁਹਾਡੀ ਮੁੱਠੀ ਵਿੱਚ ਕੀ, ਮੈਂ ਦੱਸਣ ਵਾਲਾ ਕੌਣ? ਬਈ ਦੱਸੋ ਤਾਂ ਸਹੀ ਕੀ ਏ? ਸਭ ਨੇ ਜਵਾਬ ਦਿੱਤਾ, ਤੁਹਾਡਾ ਕੀ ਜਵਾਬ ਏ? ਤੇ ਉਸ ਵੇਲੇ ਭਾਈ ਲਹਿਣਾ ਜੀ ਪਤਾ ਕੀ ਕਹਿੰਦੇ? ਕਹਿੰਦੇ ਗੁਰੂ ਨਾਨਕ ਸਾਹਿਬ ਜੀ, ਤੁਹਾਡੀ ਮੁੱਠੀ ਦੇ ਵਿੱਚ ਲੋਕ ਤੇ ਪਰਲੋਕ ਦੇ ਸੁੱਖ ਛੁਪੇ ਹੋਏ ਨੇ। ਸਤਿ ਸ੍ਰੀ ਅਕਾਲ। ਤੁਹਾਡੀ ਮੁੱਠੀ ਦੇ ਵਿੱਚ ਤਿੰਨਾਂ ਲੋਕਾਂ ਦਾ ਰਿਜ਼ਕ ਰੱਖਿਆ ਹੋਇਆ। ਤੁਹਾਡੀ ਮੁੱਠੀ ਦੇ ਵਿੱਚ ਬਾਦਸ਼ਾਹੀਆਂ ਰੱਖੀਆਂ ਹੋਈਆਂ ਨੇ। ਗੁਰੂ ਨਾਨਕ ਸਾਹਿਬ ਜੀ, ਤੁਸੀਂ ਜਿਹਦੇ ਵੀ ਸਿਰ ਦੇ ਉੱਤੇ ਹੱਥ ਰੱਖਦੇ ਹੋ, ਇਹ ਮੁੱਠੀ ਰੱਖਦੇ ਹੋ, ਇਹ ਹੱਥ ਰੱਖਦੇ ਹੋ, ਜਦੋਂ ਇਹ ਤੁਸੀਂ ਹੱਥ ਕਿਸੇ ਕੰਗਲੇ ਦੇ ਸਿਰ ਤੇ ਵੀ ਰੱਖਦੇ ਹੋ ਨਾ, ਉਹ ਵੀ ਫਿਰ ਬਾਦਸ਼ਾਹ ਬਣ ਸਕਦਾ ਹੈ। ਤੁਹਾਡੇ ਹੱਥ ਦੇ ਵਿੱਚ ਬਾਦਸ਼ਾਹੀਆਂ ਛੁਪੀਆਂ ਹੋਈਆਂ ਨੇ। ਹਾਂਜੀ, ਬਸ ਜਦੋਂ ਆ ਜਵਾਬ ਸੁਣਿਆ ਨਾ ਮਾਤਾ ਸੁਲੱਖਣੀ ਜੀ ਨੇ ਵੀ, ਉਹਨਾਂ ਨੂੰ ਵੀ ਪਤਾ ਚੱਲ ਗਿਆ ਜਿਹੜਾ ਸ਼ਰਧਾ ਵਿੱਚ ਅੱਗੇ ਹੈ, ਜਿਹੜਾ ਪ੍ਰੇਮ ਵਿੱਚ ਅੱਗੇ ਹੈ, ਜਿਹੜਾ ਭਾਵਨਾ ਵਿੱਚ ਅੱਗੇ ਹੈ, ਉਹ ਗੁਰੂ ਨਾਨਕ ਦੇ ਘਰ ਦੀ ਗੱਦੀ ਦਾ ਮਾਲਕ ਤੇ ਉਹੋ ਹੀ ਬਣੇਗਾ। ਆਖੋ ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਭਾਈ ਲਹਿਣਾ ਜੀ ਕਹਿੰਦੇ, ਮਹਾਰਾਜ ਤੁਹਾਡੀ ਮੁੱਠੀ ਦੇ ਇੱਕ ਇੱਕ ਰੋਮ ਦੇ ਉੱਤੇ ਨਾ ਕਰੋੜਾਂ ਬ੍ਰਹਿਮੰਡ ਵਾਸ ਕਰ ਰਹੇ ਨੇ। ਕਰੋੜਾਂ ਬ੍ਰਹਿਮੰਡ ਲੂ ਲੂ ਵਿੱਚ ਰੱਖੇ ਹਨ। ਕਰ ਵਰ ਭੰਡ ਕਰੋੜ ਸਮਾਈ। ਮੇਰੀ ਬੇਨਤੀ ਹੈ, ਅੱਜ ਆਗਮਨ ਦਿਨ ਆਪਾਂ ਮਨਾ ਰਹੇ ਗੁਰੂ ਅੰਗਦ ਸਾਹਿਬ ਜੀ ਦਾ, ਤੇ ਵੱਡੇ ਬਾਪੂ ਕੋਲੋਂ ਵੱਡੀ ਦਾਤ ਲੈ ਕੇ ਜਾਇਓ। ਅੱਜ ਮੰਗਿਓ, ਦਾਤਾ ਜੀ ਕਿਰਪਾ ਦਾ ਖਾਤਾ ਖੋਲੋ। ਜਿਹੋ ਜਿਹਾ ਪਿਆਰ ਤੁਸੀਂ ਗੁਰੂ ਨਾਨਕ ਨਾਲ ਕੀਤਾ ਹੈ ਨਾ, ਇੱਕ ਕਿਣਕਾ ਮੈਂ ਗਰੀਬ ਦੀ ਝੋਲੀ ਪਾ ਦੇ। ਬੜਾ ਸਮਾਂ ਬੀਤ ਗਿਆ ਦਿਖਾਵੇ ਕਰਦੇ ਆ, ਬੜਾ ਸਮਾਂ ਲੰਘ ਗਿਆ ਪਖੰਡ ਕਰਦੇ ਆ, ਬੜਾ ਸਮਾਂ ਲੰਘ ਗਿਆ, ਪਰ ਬਾਪੂ ਜੀ ਹੁਣ ਕਿਰਪਾ ਦਾ ਖਾਤਾ ਖੋਲ ਕੇ ਅੰਦਰੋਂ ਪ੍ਰੇਮਾ ਭਗਤੀ ਦਾ ਇੱਕ ਕਿਣਕਾ ਮੈਂ ਗਰੀਬ ਦੀ ਝੋਲੀ ਪਾ। ਅੱਜ ਅੰਦਰੋਂ ਮੰਗ ਕੇ ਜਾਇਓ। ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਵੰਡਦਾ ਕੁਝ ਨਾ ਕੁਝ। ਤੇ ਅੱਜ ਗੁਰੂ ਅੰਗਦ ਸਾਹਿਬ ਦੀਨ ਦੁਨੀਆ ਦੇ ਮਾਲਕ ਦਾ ਆਗਮਨ ਦਿਨ, ਵੱਡੇ ਕੋਲੋਂ ਵੱਡੀ ਦਾਤ ਮੰਗੋ ਪ੍ਰੇਮਾ ਭਗਤੀ ਦੀ। ਕਿਵੇਂ ਦਾ ਪ੍ਰੇਮ ਕਰਨਾ, ਪੜੋ ਪੰਕਤੀਆਂ ਇੱਕ ਵਾਰੀ। ਉੱਠਿਓ ਕੋਈ ਨਾ, ਥੋੜੇ ਜਿਹੇ ਮਿੰਟ ਮੈਂ ਹੋਰ ਲੈਣੇ ਨੇ ਤੁਹਾਡੇ। 10 ਤੋਂ ਪਹਿਲਾਂ ਆਪਾਂ ਸਾਰੀ ਸਮਾਪਤੀ ਕਰ ਦੇਣੀ। ਸਤਿਗੁਰੂ ਸੇਵਾ ਲੈਣ। ਇਹ ਮੇਰੀ ਮਿਹਨਤੀ, ਕੋਈ ਰਸਨਾ ਮੰਜੀ ਨਾ ਰਹੇ। ਆ ਬੈਠੇ ਜੇ ਚੌਂਕੜਾ ਮਾਰ ਕੇ ਗੁਰੂ ਅੰਗਦ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਤੱਕੋ ਹਾਂ ਸਾਰੇ ਗੁਰੂ ਜੀ ਵੱਲ। ਆਖੋ ਧੰਨ ਗੁਰੂ ਅੰਗਦ ਦੇਵ ਜੀ। 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 ਭਾਵਨਾ ਦੀਆਂ ਅੱਖਾਂ ਨਾਲ ਤੱਕੋ ਤਾਂ ਸਹੀ। ਆਖੋ ਧੰਨ ਗੁਰੂ ਅੰਗਦ ਦੇਵ ਜੀ। ਧੰਨ ਗੁਰੂ ਅੰਗਦ ਦੇਵ ਜੀ। ਤੇ ਆਓ ਪਿਤਾ ਜੀ ਦੇ ਦੀਦਾਰ ਕਰਦੇ ਹੋਏ ਇਹ ਪੰਕਤੀਆਂ ਵੀ ਪੜੋ ਤੇ ਨਾਲ ਨਾਲ ਤਰਲਾ ਵੀ ਪਾਓ। ਦੱਸਦੇ ਇਹੋ ਜਿਹਾ ਪ੍ਰੇਮ ਸਾਨੂੰ ਦੇ ਦੇ। ਕਿਹੋ ਜਿਹਾ ਪ੍ਰੇਮ? ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ, ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ, ਗੁਰ ਮੇਰੀ ਪੂਜਾ ਗੁਰ ਗੋਬਿੰਦ।
ਵਿੱਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ ਗੱਜ ਕੇ ਵਾਹਿਗੁਰੂ 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 ਹੋਰ ਉੱਚੀ ਹੋਰ ਉੱਚੀ ਵਾਹਿਗੁਰੂ 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 मेरी पूजा गुर गोबिंद गुर मेरा पार ब्रह्म गुर भगवंत गुर मेरी पूजा जी गुर गोबिंद गुर मेरा पार ब्रह्म गुर भगवंत। धन गुरु रामदास जी ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਵੱਡੀ ਭਾਵਨਾ ਇਸ ਅਸਥਾਨ ਤੋਂ ਲੈ ਕੇ ਜਾਇਓ, ਇਹ ਮੇਰੀ ਬੇਨਤੀ ਹੈ। ਵੱਡੀ ਭਾਵਨਾ, ਗੁਰੂ ਹੀ ਮੇਰਾ ਰੱਬ ਹੈ, ਗੁਰੂ ਹੀ ਪਰਮੇਸ਼ਰ। ਸਾਨੂੰ ਹੋਰ ਰੱਬ ਲੱਭਣ ਦੀ ਲੋੜ ਹੀ ਨਹੀਂ, ਅਸੀਂ ਨਹੀਂ ਲੱਭਣਾ ਕੋਈ ਹੋਰ ਰੱਬ। ਸਾਡੇ ਲਈ ਰੱਬ ਕੌਣ? ਗੁਰੂ ਰਾਮਦਾਸ। ਸਾਡੇ ਲਈ ਰੱਬ ਕੌਣ? ਗੁਰੂ ਨਾਨਕ। ਰੱਬ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇੱਕ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਾਤ ਦਾ ਵੇਲਾ ਤੇ ਕਿਸੇ ਕੋਲੋਂ ਪੁੱਛਦੇ ਨੇ, ਬਈ ਦੱਸ ਕਿੰਨੀ ਕੁ ਰਾਤ ਬੀਤੀ, ਕਿੰਨੀ ਕੁ ਬਾਕੀ ਹੈ। ਹੁਣ ਮਹਾਰਾਜ ਦਾ ਬਚਨ ਮੰਨ ਕੇ ਬਾਹਰ ਗਿਆ। ਉਸ ਵੇਲੇ ਘੜੀਆਂ ਤੇ ਹੁੰਦੀਆਂ ਨਹੀਂ ਸੀ। ਅੰਦਾਜ਼ੇ ਨਾਲ ਆ ਕੇ ਦੱਸਿਆ, ਮਹਾਰਾਜ 3 ਹਿੱਸੇ ਰਾਤ ਬੀਤ ਚੁੱਕੀ, 1 ਹਿੱਸਾ ਬਾਕੀ ਹੈ। ਮਹਾਰਾਜ ਨੇ ਦੂਜੇ ਨੂੰ, ਤੀਜੇ ਨੂੰ, ਕਿਸੇ ਨੇ ਆਪਣੀ ਬੁੱਧੀ ਮੁਤਾਬਕ 2 ਹਿੱਸੇ ਕਹਿਤਾ, ਬੀਤ ਗਈ 2 ਬਾਕੀ, ਕਿਸੇ ਨੇ 1 ਕਹਿਤਾ, 3 ਬਾਕੀ, ਜਿਵੇਂ ਜਿਵੇਂ ਜਿਹਦੀ ਸਮਝ 'ਚ ਆਇਆ। ਅਖੀਰ ਵਾਰੀ ਆਈ ਭਾਈ ਲੈਣਾ ਜੀ ਦੀ। ਲੈਣਿਆ ਤੂੰ ਦੱਸ, ਲੈਣਾ ਜੀ ਤੁਸੀਂ ਦੱਸੋ ਕਿੰਨੀ ਕੁ ਰਾਤ ਬੀਤੀ, ਕਿੰਨੀ ਕੁ ਬਾਕੀ। ਤੇ ਉਸ ਵੇਲੇ ਭਾਈ ਲੈਣਾ ਜੀ ਦੇ ਹੱਥ ਜੋੜੇ ਤੇ ਪਤਾ ਕੀ ਕਹਿੰਦੇ, ਮਹਾਰਾਜ ਕਾਲ ਵੀ ਇਹ ਸਮਾਂ ਵੀ ਤੁਹਾਡੇ ਹੱਥ ਵਿੱਚ ਏ, ਤੁਹਾਡੇ ਹੱਥ ਵਿੱਚ। ਮੈਨੂੰ ਨਹੀਂ ਪਤਾ 3 ਹਿੱਸੇ ਬੀਤ ਗਏ, 1 ਹਿੱਸਾ ਰਹਿੰਦੀ ਰਾਤ। ਮੈਨੂੰ ਨਹੀਂ ਪਤਾ 2 ਹਿੱਸੇ ਬੀਤੇ, 2 ਹਿੱਸੇ ਰਹਿੰਦੀ ਰਾਤ। ਮੈਨੂੰ ਤੇ ਬਸ ਇੰਨਾ ਪਤਾ ਹੈ ਗੁਰੂ ਨਾਨਕ ਜੀ ਜਿੰਨੀ ਕੁ ਰਾਤ ਤੁਸੀਂ ਬਿਤਾ ਦਿੱਤੀ ਓਨੀ ਬੀਤੀ ਏ, ਤੇ ਜਿੰਨੀ ਤੁਸੀਂ ਆਪਣੇ ਕੋਲ ਰੱਖੀ ਓਨੀ ਬਾਕੀ ਰਹਿੰਦੀ ਏ। ਵਾਹਿਗੁਰੂ। ਐਡੀ ਭਾਵਨਾ ਸੀ ਕਿ ਸਮਾਂ ਵੀ ਤੁਹਾਡੇ ਹੁਕਮ 'ਚ ਚੱਲ ਰਿਹਾ। ਤੁਸੀਂ ਰੱਬ ਹੋ, ਤੁਸੀਂ ਪਰਮੇਸ਼ਰ ਹੋ। ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਗੁਰੂ ਅੰਗਦ ਸਾਹਿਬ ਨੇ ਕਿੱਡੇ ਵੱਡੇ ਪੂਰਨੇ ਪਾਏ ਨੇ ਗੁਰੂ ਨਾਨਕ ਪ੍ਰਤੀ, ਕਿ ਗੁਰੂ ਨਾਨਕ ਹੀ ਰੱਬ ਹੈ। ਸਹੀ ਮੈਣਿਆਂ 'ਚ ਵੇਖਿਆ ਜਾਵੇ ਤੇ ਗੁਰੂ ਨਾਨਕ ਜੀ ਦੀ ਅਸਲੀ ਪਛਾਣ ਕੀਤੀ ਭਾਈ ਲੈਣਾ ਜੀ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਤੇ ਆਪਣੀ
ਭਾਵਨਾ ਦੀ ਨਜ਼ਰ ਨੂੰ ਇਸ ਉਚਾਈ ਤੇ ਲੈ ਗਏ ਕਿ ਗੁਰੂ ਨਾਨਕ ਪਾਰ ਬ੍ਰਹਮ ਪਰਮੇਸ਼ਰ, ਤੇ ਇਸ ਉਚਾਈ ਤੇ ਭਾਵਨਾ ਲੈ ਜਾਣ ਦਾ ਸਦਕਾ ਹੋਇਆ ਕਿ ਗੁਰੂ ਨਾਨਕ ਨੇ ਉਸੇ ਉਚਾਈ ਤੇ ਭਾਈ ਲਹਿਣਾ ਜੀ ਨੂੰ ਪਹੁੰਚਾਇਆ ਤੇ ਲਹਿਣੇ ਨੂੰ ਆਪਣੇ ਗਲ ਨਾਲ ਲਾ ਕੇ ਗੁਰੂ ਅੰਗਦ ਬਣਾ ਦਿੱਤਾ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਤੇ ਇਹ ਰਾਮਦਾਸ ਮੇਰੀ ਜੀ। ਬੇਨਤੀ ਅੱਜ ਗੁਰੂ ਅੰਗਦ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਇਹ ਵੱਡਾ ਪੂਰਨਾ ਆਪੋ ਆਪਣੇ ਘਰਾਂ 'ਚ ਲੈ ਕੇ ਜਾਇਓ, ਤਾਂ ਜੋ ਸਾਡਾ ਵੀ ਭਲਾ, ਸਾਡੀਆਂ ਕੁੱਲਾਂ ਦਾ ਵੀ ਭਲਾ ਹੋਵੇ। ਕੀਰਤਨ ਦੀ ਮੈਂ ਸਮਾਪਤੀ ਕਰਨੀ, ਉੱਠਿਓ ਕੋਈ ਨਾ ਬੇਨਤੀ ਹੈ। ਕੀਰਤਨ ਭੇਡ ਜਿੰਨੀ ਮਾਇਆ ਦਿੱਤੀ ਜਾਂ ਦਿੰਦੇ, ਆ ਕੇ ਆਪਣੀਆਂ ਅੱਖਾਂ ਨਾਲ ਤੱਕੋ। ਭਾਈ ਸਾਹਿਬ ਗੁਰਇਕਬਾਲ ਸਿੰਘ ਦੀਆਂ ਸੀਸਾਂ ਸਦਕਾ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ, ਜਿਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ, ਜਿਨ੍ਹਾਂ ਦੀਆਂ 3 ਬੇਟੀਆਂ ਔਰ ਵਿਧਵਾ ਬੀਬੀਆਂ ਦੇ ਬੱਚੇ ਬਿਲਕੁਲ ਫ੍ਰੀ ਪੜ੍ਹ ਰਹੇ CBSE ਸਕੂਲ 'ਚ। ਉੱਥੇ ਹੀ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਿਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ। ਬਾਜ਼ਾਰੋਂ ਜਿਹੜੀ 100 ਦੀ ਦਵਾਈ ਮਿਲਣੀ ਉੱਥੇ 30 ਦੀ ਦਿੱਤੀ ਜਾਂਦੀ, ਔਰ ਸਾਰੇ ਇਲਾਜ ਲਾਗਤ ਮੁੱਲ ਨਾਲ ਹੁੰਦੇ ਨੇ। ਲੈਬੋਰਟਰੀ ਦੇ ਟੈਸਟ, ਡਿਜੀਟਲ ਐਕਸਰੇ 113 ਰੁਪਏ 'ਚ। ਤੇ ਮੰਨ ਲਓ ਜਿਹਦਾ ਬਿੱਲ ਉੱਥੇ 500 ਰੁਪਈਆ ਬਣ ਗਿਆ, ਬਾਜ਼ਾਰ ਬੰਨਾ ਸੀ 1500 2000, ਉਹ ਵੀ ਨਹੀਂ ਦੇ ਸਕਦਾ 500, ਤੇ ਉਹਨੂੰ ਵੀ ਵਾਪਸ ਨਹੀਂ ਮੋੜਿਆ ਜਾਂਦਾ। ਉਹ ਸੰਗਤ ਦੇ ਦਿੱਤੇ ਵਿੱਚ ਉਹਨੂੰ ਵੀ ਦਵਾਈਆਂ ਦੇ ਦਿੱਤੀਆਂ ਜਾਂਦੀਆਂ। ਖੁਦ ਧੰਨ ਗੁਰੂ ਰਾਮਦਾਸ ਜੀ। ਧੰਨ ਇਹ ਗੁਰੂ ਗਰਾਊਂਡ ਰਾਮਦਾਸ ਫਲੋਰ ਤੇ ਅਸੀਂ ਹਸਪਤਾਲ ਸ਼ੁਰੂ ਕਰਤਾ ਤਕਰੀਬਨ 1300 ਗਜ ਦੇ ਵਿੱਚ। ਹੁਣ ਫਸਟ ਫਲੋਰ ਤਕਰੀਬਨ 80% ਤਿਆਰੀ ਹੋ ਗਈ ਹੈ। 27 ਜੁਲਾਈ ਨੂੰ ਇਹ ਪੂਰੇ ਹਸਪਤਾਲ ਦਾ ਮਹੂਰਤ ਹੋ ਜਾਣਾ ਹੈ। 15 ਅਗਸਤ ਪਿਛਲੇ ਸਾਲ ਕੀਤਾ ਸੀ ਮਹੂਰਤ ਗਰਾਊਂਡ ਫਲੋਰ ਦਾ, ਤੇ ਹੁਣ ਉੱਪਰਲੀ ਮੰਜ਼ਲ ਇਹ ਪੂਰਾ ਹਸਪਤਾਲ 27 ਜੁਲਾਈ ਨੂੰ ਉਹਦੀ ਓਪਨਿੰਗ ਕਰਨੀ। ਸਾਨੂੰ ਉੱਥੇ ਡੈਂਟਲ ਚੇਅਰਸ ਦੀ, ਅਲਟਰਾਸਾਊਂਡ ਦੀ ਮਸ਼ੀਨ, ਆਪਣਾ ਆਈਸ ਦੇ ਜੋ ਸਾਰੇ ਉੱਥੇ ਕਾਰਜ ਹੋਣੇ ਨੇ, ਨਾਲ ਫਿਜ਼ੀਓਥੈਰੇਪੀ ਵੀ, ਇਹ ਸਾਰੇ ਕਾਰਜ ਉੱਥੇ ਹੋਣੇ। ਜਿਹੜਾ ਪ੍ਰੇਮੀ ਜਿਵੇਂ ਦੀ ਵੀ ਸੇਵਾ ਕਰ ਸਕਦਾ ਹੋਵੇ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ। ਮੈਂ ਗੱਲ ਕਰ ਰਿਹਾ ਸਾਂ ਉਸੇ ਜਗ੍ਹਾ ਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਜਿਸ ਗੱਡੀ ਦੇ ਰਾਹੀਂ ਨਿਤਾ ਪ੍ਰਤੀ ਵੱਖ-ਵੱਖ ਥਾਵਾਂ ਤੇ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਤੇ ਨਾਲ ਪਿਆਰਿਓ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਰਾਸ਼ਨ ਦੇਣ ਦੀ ਸੇਵਾ ਵੀ। ਬਾਬਾ ਦੀਪ ਸਿੰਘ ਗੁਰਮਤਿ ਗਿਆਨ ਸੰਗੀਤ ਅਕੈਡਮੀ ਵੀ, ਜਿਸ ਅਕੈਡਮੀ 'ਚ 2 ਸਾਲਾਂ ਦਾ ਲੜਕਿਆਂ ਦਾ ਕੋਰਸ, ਗੁਰਮਤਿ ਦਾ, ਕੀਰਤਨ ਦੀ ਸਿਖਲਾਈ, ਤਬਲੇ ਦੀ, ਗੁਰਬਾਣੀ ਦੀ ਸੰਥਿਆ, ਇਹ ਸਭ ਕੁਝ ਕਰਾਇਆ ਜਾ ਰਿਹਾ ਬਿਲਕੁਲ ਫ੍ਰੀ। ਤੇ ਬੱਚਿਆਂ ਦੀ ਸਿਹਤ ਵੱਲ ਰਵੇ, ਜਿਮ ਦਾ ਪ੍ਰਬੰਧ, ਘੋੜ ਸਵਾਰੀ, ਆ ਕੇ ਆਪਣੀਆਂ ਅੱਖਾਂ ਨਾਲ ਤੱਕੋ ਮਹਾਰਾਜ ਜੀ ਦੀ ਕਿਰਪਾ ਨਾਲ। ਔਰ ਸੇਵਾਵਾਂ ਦੇ ਕਾਰਜ ਨਿਤਾ ਪ੍ਰਤੀ ਵਧਨ ਕਰਕੇ 15,500 ਗਜ ਨਾਲ ਜਗ੍ਹਾ ਦਿੱਤੀ ਸੀ ਸਤਿਗੁਰਾਂ ਨੇ ਦੂਜਾ ਯੂਨਿਟ ਟਰਸਟ ਨੂੰ, ਤੇ ਅਜੇ ਉਹ ਸੇਵਾਵਾਂ ਪ੍ਰਾਰੰਭਤਾ ਦੇ ਵੱਲ ਨੇ। ਤੀਜਾ ਯੂਨਿਟ ਦੇ ਦਿੱਤਾ ਹੈ ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ ਹੀ 4.5 ਏਕੜ ਜਗ੍ਹਾ ਹੈ, ਜਿੱਥੇ ਸਕੂਲ, ਹਸਪਤਾਲ, ਬਾਬੇ ਦੀ ਰਸੋਈ ਬਣਨੀ। 2 ਚੀਜ਼ਾਂ ਨੂੰ ਲੈ ਕੇ ਚੱਲ ਰਹੇ, ਹੈਲਥ ਨੂੰ, ਐਜੂਕੇਸ਼ਨ ਨੂੰ। ਮਾਇਆ ਪੱਖੋਂ ਸਸਤੀਆਂ ਕਰ ਦਿਓ, ਹੁਣ ਟੌਪ ਕਲਾਸ, ਫਿਰ ਤੁਹਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। 2500 ਰੁਪਏ 1 ਗਜ ਦੀ ਸੇਵਾ, 1-1, 2-2, 5-5 ਗਜ ਦੀ ਸੇਵਾ ਜਿਹੜੇ ਕਰਨੀ ਚਾਹੋ ਕਰ ਸਕਦੇ ਹੋ। ਤੇ ਅਰਦਾਸ ਕਰਿਓ, ਮੈਂ ਰੋਜ਼ ਕਹਿੰਦਾ 113 ਥਾਵਾਂ ਦੇ ਉੱਤੇ ਘੱਟ ਤੋਂ ਘੱਟ ਯੂਨਿਟ ਚੱਲਣ, ਤੇ ਇਹ ਜਦੋਂ ਤੁਸੀਂ ਸਪੋਰਟ ਦਿਓਗੇ ਡਬਲ ਟ੍ਰਿਪਲ ਕੰਮ ਹੋ ਜਾਣਾ ਹੈ। ਇਹ ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ, ਕਿਉਂਕਿ ਇਹ ਬਾਅਦ ਚੋਂ PTC ਤੇ ਵੀ ਚੱਲਣੇ ਨੇ ਸਾਰੇ ਪ੍ਰੋਗਰਾਮ। ਸਭ ਨੂੰ ਮੈਂ ਬੇਨਤੀ ਕਰਦਾ ਕਿ ਪੱਕੇ ਮਹੀਨਾਵਾਰੀ ਡੋਨਰ ਬਣ ਜਾਓ। ਇੰਨੀ ਸੇਵਾ ਟਰਸਟ ਨੂੰ ਅਸੀਂ ਭੇਜਣੀ, ਤੇ ਫਿਰ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣਗੀਆਂ। ਪਿਤਾ ਜੀ ਸੇਵਾ ਲੈਣ। ਗੁਰੂ ਕਿਰਪਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ। ਧੰਨਵਾਦ।